84 ਤੋਂ ਬਾਅਦ ਸਿੱਖਾਂ ਦੀਆਂ ਕਈ ਧਾਰਾਵਾਂ ਜਿਹੜੀਆਂ ਬਣ ਗਈਆਂ ਜਾਂ ਸਿੱਖ ਸ਼ਕਤੀ ਨੂੰ ਕਈ ਧਾਰਾਵਾਂ ਦੇ ਵਿੱਚ ਵੰਡ ਦਿੱਤਾ। ਵੰਡਿਆ ਕੀ ਨੇ? ਉਹਨਾਂ ਲੋਕਾਂ ਨੇ ਜਿਹੜੇ ਲੋਕ ਇਹ ਸੋਚਣ ਲੱਗ ਪਏ ਕਿ ਹਿੰਦੁਸਤਾਨ ਦੀ ਅਖੰਡਤਾ ਨੂੰ ਜੇ ਖਤਰਾ ਹੈ ਤੇ ਸਿੱਖਾਂ ਤੋਂ ਹੀ। ਕਦੇ ਇਹ ਸੋਚਿਆ ਨਹੀਂ ਸੀ ਕਿ ਅਸੀਂ ਹਿੰਦੁਸਤਾਨ ਦੇ ਟੁਕੜੇ ਕਰਨੇ। 1947 ਦੇ ਵਿੱਚ ਅਸੀਂ ਤਾਂ ਇਸ ਭਾਰਤ ਦੇ ਵਿੱਚ ਰਹਿਣ ਦੇ ਲਈ ਜਿਹੜਾ ਹੈ ਉਹ ਹਾਮੀ ਭਰਤੀ ਸੀ। ਅਸੀਂ ਤਾਂ ਹਾਮੀ ਭਰ ਦਿੱਤੀ ਸੀ ਇਸ ਉਮੀਦ ਨਾਲ ਕਿ ਸਾਨੂੰ ਇੱਥੇ ਸਨਮਾਨਜਨਕ ਜਿਹੜਾ ਹੈ ਉਹ ਰਹਿਣ ਦੇ ਲਈ ਮਾਹੌਲ ਮਿਲੇਗਾ। ਨਾ ਸਾਡੇ ਧਰਮ ਗ੍ਰੰਥ ਸੁਰੱਖਿਅਤ ਰਹੇ, ਨਾ ਸਾਡੇ ਅਕੀਦੇ ਸੁਰੱਖਿਅਤ ਰਹੇ, ਨਾ ਸਾਡੀਆਂ ਮਰਿਆਦਾਵਾਂ ਪਰੰਪਰਾਵਾਂ ਸੁਰੱਖਿਅਤ ਰਹੀਆਂ ਔਰ ਨਾ ਅਸੀਂ ਸੁਰੱਖਿਅਤ ਰਹੇ। ਮੇਰੀ ਹਸਤੀ ਜਿਹੜੀ ਹੈ ਉਹਨਾਂ ਦੇ ਪੈਰ ਦੇ ਨੌ ਜਿੰਨੀ ਵੀ ਨਹੀਂ ਹੈ। ਬਹੁਤ ਵੱਡੀ ਹਸਤੀ ਸੀ, ਬਲਵਾਨ ਹਸਤੀ ਸੀ, ਪਰ ਉਹਨਾਂ ਨੂੰ ਬਲਵਾਨ ਹਸਤੀ, ਉਹਨਾਂ ਨੂੰ ਵੱਡੀ ਹਸਤੀ ਕਿਸ ਨੇ ਬਣਾਇਆ ਸੀ? ਮਾਹੌਲ ਨੇ। ਮਾਹੌਲ ਕੀ ਸੀ? ਸਿੱਖਾਂ ਦਾ ਆਪਣਾ, ਸਭ ਤੋਂ ਵੱਡੀ ਗੱਲ ਕਿ ਸਿੱਖਾਂ ਦਾ ਆਪਣਾ ਉਸ ਵਕਤ ਖੁਦ ਮੁਖਤਿਆਰ ਸੁਤੰਤਰ ਰਾਜ ਸੀ। ਅੱਜ ਨਹੀਂ ਹੈ। ਜੇ ਉਸ ਜਿੰਨੀ ਤਾਕਤ ਅੱਜ ਹੁੰਦੀ ਤੇ ਟੈਲੀਵਿਜ਼ਨਾਂ ਦੇ ਉੱਤੇ ਚੜ੍ਹ ਕੇ ਬਹਿ ਕੇ ਮਾਈਕਾਂ ਦੇ ਸਾਹਮਣੇ ਖੜੋ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ, ਸ੍ਰੀ ਹਰਿਮੰਦਰ ਸਾਹਿਬ ਨੂੰ, ਸਾਡੀਆਂ ਧਾਰਮਿਕ ਸ਼ਖਸੀਅਤਾਂ ਨੂੰ ਭੰਡਣ ਦੀ ਗੁਸਤਾਖੀ ਕਰਦੇ ਲੋਕ। ਅਸੀਂ ਕਮੇਟੀਆਂ ਬਣਾ ਪੜਤਾਲਾਂ ਕਰਦੇ ਨਹੀਂ। ਅਸੀਂ ਕਮੇਟੀਆਂ ਬਣਾ ਪੜਤਾਲਾਂ ਨਹੀਂ ਸੀ ਕਰਨੀਆਂ। ਉਹਨਾਂ ਨੂੰ ਗੱਡੀਆਂ ਦੇ ਮਗਰ ਬੰਨ੍ਹ ਕੇ ਘੜੀਸ ਕੇ ਅਕਾਲ ਤਖਤ ਸਾਹਿਬ ਤੇ ਲਿਆਉਣਾ ਸੀ ਜੇ ਉਸ ਵਕਤ ਸਾਡੀ ਤਾਕਤ ਹੁੰਦੀ ਉਸ ਵੇਲੇ ਪਰ। ਤੇ ਜਦੋਂ ਸਾਡਾ ਸਾਰਾ ਕੁਝ ਹੀ ਜਿਹੜਾ ਹੈ ਉਹ ਖਤਰੇ 'ਚ ਪੈ ਗਿਆ ਤੇ ਫਿਰ ਸੁਭਾਵਿਕ ਹੀ ਹੈ ਸਾਡੇ ਮੂੰਹ ਦੇ ਵਿੱਚੋਂ ਫਿਰ ਇਹ ਆਵਾਜ਼ ਨਿਕਲਣੀ ਸ਼ੁਰੂ ਹੋਈ ਕਿ ਸਾਨੂੰ ਇੱਕ ਵੱਖਰਾ ਕੌਮੀ ਘਰ ਚਾਹੀਦਾ ਭਾਈ। ਵੱਖਰੇ ਦੇਸ਼ ਖਾਲਿਸਤਾਨ ਦੀ ਮੰਗ ਲੰਮੇ ਸਮੇਂ ਤੋਂ ਪੰਜਾਬ ਦੀ ਸਿਆਸਤ ਅਤੇ ਧਾਰਮਿਕ ਗਲਿਆਰਿਆਂ ਨੂੰ ਪ੍ਰਭਾਵਿਤ ਕਰਦੀ ਆਈ ਹੈ। ਇਸ ਬਾਰੇ ਅਨੇਕਾਂ ਵਾਦ ਵਿਵਾਦ ਬਣੇ। ਬਾਹਰੀ ਮੁਲਕਾਂ ਵਿੱਚ ਬੈਠੇ ਕੁਝ ਲੋਕਾਂ ਨੇ ਕਈ ਮੁਹਿੰਮਾਂ ਵੀ ਚਲਾਈਆਂ, ਪਰ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਖਾਲਿਸਤਾਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਹੈ ਕਿ ਭਾਰਤ ਵਿੱਚ ਸਿੱਖ ਪੂਰੀ ਤਰ੍ਹਾਂ ਅਸੁਰੱਖਿਅਤ ਨੇ। ਉਹਨਾਂ ਸਟੇਜ ਤੋਂ ਆਪਣੇ ਸੰਬੋਧਨ ਵਿੱਚ ਕਿਹਾ ਹੈ ਕਿ ਭਾਰਤ ਵਿੱਚ ਨਾ ਤਾਂ ਸਿੱਖਾਂ ਦੇ ਧਰਮ ਗ੍ਰੰਥ ਸੁਰੱਖਿਅਤ ਨੇ, ਨਾ ਹੀ ਸਿੱਖਾਂ ਦੀ ਭਾਸ਼ਾ ਅਤੇ ਨਾ ਹੀ ਖੁਦ ਸਿੱਖ ਹੀ ਸੁਰੱਖਿਅਤ ਰਹੇ ਨੇ। ਉਹਨਾਂ ਕਿਹਾ ਹੈ ਕਿ ਇਹੀ ਕਾਰਨ ਹੈ ਕਿ ਸਿੱਖ ਹੁਣ ਆਪਣੇ ਵੱਖਰੇ ਕੌਮੀ ਘਰ ਦੀ ਮੰਗ ਕਰ ਰਹੇ ਨੇ। ਅੱਜ ਦਾ ਜਿਹੜਾ ਨੌਜਵਾਨ ਹੈ ਉਹ ਨਿਰ ਉਤਸ਼ਾਹਤ ਹੋ ਗਿਆ। ਸੋਸ਼ਲ ਮੀਡੀਆ ਦੇ ਉੱਤੇ ਪ੍ਰਚਾਰੀਆਂ ਜਾ ਰਹੀਆਂ ਝੂਠੀਆਂ ਸੱਚੀਆਂ ਗੱਲਾਂ ਨੇ ਸਾਡੇ ਨੌਜਵਾਨ ਦੇ ਮਨ ਨੂੰ ਵਿਚਲਿਤ ਕਰ ਦਿੱਤਾ ਹੈ। ਉਹਨੂੰ ਬੌਧਿਕ ਤੌਰ ਦੇ ਉੱਤੇ ਕੰਗਾਲ ਬਣਾ ਦਿੱਤਾ ਹੈ ਸਾਡੇ ਨੌਜਵਾਨ ਨੂੰ ਸੋਸ਼ਲ ਮੀਡੀਆ ਦੇ ਉੱਤੇ। ਹੁਣ ਸੋਸ਼ਲ ਮੀਡੀਆ ਦੇ ਉੱਤੇ ਤਾਂ ਸਿੱਖ ਵਿਰੋਧੀ ਪਤਾ ਨਹੀਂ ਕਿੰਨੇ ਕੁ ਲੋਕ ਜਿਹੜੇ ਨੇ ਇੱਕ ਸਾਜ਼ਿਸ਼ ਅਧੀਨ ਬੈਠੇ ਨੇ, ਜਿਨ੍ਹਾਂ ਨੂੰ ਪੈਸੇ ਮਿਲ ਰਹੇ ਨੇ ਕਿ ਤੁਸੀਂ ਉਹ ਕੰਟੈਂਟ ਘੜ ਕੇ ਸੋਸ਼ਲ ਮੀਡੀਆ ਤੇ ਸੁੱਟਣਾ ਜਿਹੜਾ ਸਿੱਖ ਸਿਧਾਂਤਾਂ ਦੇ ਖਿਲਾਫ ਜਾਂਦਾ ਹੋਵੇ, ਸਿੱਖ ਪਰੰਪਰਾਵਾਂ ਦੇ ਖਿਲਾਫ ਜਾਂਦਾ ਹੋਵੇ, ਜਿਹੜਾ ਸਿੱਖ ਸੰਸਥਾਵਾਂ ਲਈ ਮਾਰੂ ਹੋਵੇ, ਜਿਹੜਾ ਸਿੱਖ ਸ਼ਖਸੀਅਤਾਂ ਦਾ ਚਰਿੱਤਰ ਹਰਨ ਕਰਨ ਵਾਲਾ ਹੋਵੇ। ਉਹ ਕੰਟੈਂਟ ਸਿੱਖ ਵਿਰੋਧੀ ਏਜੰਸੀਆਂ ਦੇ ਪੇਡ ਦਲਾਲ ਜਿਹੜੇ ਆ ਕੱਢਦੇ ਆ, ਸੋਸ਼ਲ ਮੀਡੀਆ ਤੇ ਸੁੱਟਦੇ ਆ ਤੇ ਫਿਰ ਕਈ ਸਾਡੇ ਜਿਹੜੇ ਨੌਜਵਾਨ ਜਾਣਬੁੱਝ ਕੇ ਨਹੀਂ, ਅਣਜਾਣਪੁਣੇ ਦੇ ਵਿੱਚ ਹੀ, ਨਾ ਸਮਝ ਦੇ ਕਾਰਨ ਹੀ ਉਹਨੂੰ ਅਗਾਂਹ ਤੋਂ ਅਗਾਂਹ ਸ਼ੇਅਰ ਕਰਦੇ ਤੁਰੇ ਜਾਂਦੇ। ਜਿੰਨਾ ਅੱਜ ਅਸੀਂ ਫੀਡ ਲੈ ਰਹੇ ਆ ਨਾ, ਚਾਹੇ ਉਹ ਸਿਧਾਂਤਾਂ ਪ੍ਰਤੀ, ਚਾਹੇ ਉਹ ਇਤਿਹਾਸ ਪ੍ਰਤੀ, ਚਾਹੇ ਉਹ ਮਰਿਆਦਾ ਪ੍ਰਤੀ, ਚਾਹੇ ਉਹ ਪਰੰਪਰਾਵਾਂ ਪ੍ਰਤੀ, ਅਸੀਂ ਸਾਰੀ ਫੀਡ ਜਿਹੜੀ ਹੈ ਉਹ ਸੋਸ਼ਲ ਮੀਡੀਆ ਤੋਂ ਲੈ ਰਹੇ ਹਾਂ ਤੇ ਬਹੁਤੀ ਫੀਡ ਜਿਹੜੀ ਹੈ ਉਹ ਸਿੱਖ ਵਿਰੋਧੀਆਂ ਵੱਲੋਂ ਦਿੱਤੀ ਜਾ ਰਹੀ ਹੈ। ਇਹ ਚਿੰਤਾ ਦਾ ਵਿਸ਼ਾ ਹੈ। ਇਸੇ ਕਾਰਨ ਸਾਡੀ ਨੌਜਵਾਨ ਜਿਹੜੀ ਪੀੜ੍ਹੀ ਹੈ ਉਹ ਉਸਾਰੂ ਯੋਗਦਾਨ ਹੀ ਨਹੀਂ ਜਿਹੜਾ ਉਹ ਪਾ ਰਹੀ, ਨਾ ਧਰਮ ਨੂੰ ਪ੍ਰਫੁੱਲਤ ਕਰਨ ਦੇ ਲਈ ਔਰ ਨਾ ਪੋਲੀਟੀਕਲ ਤੌਰ ਦੇ ਉੱਤੇ ਪ੍ਰਫੁੱਲਤ ਕਰਨ ਦੇ ਲਈ। ਉਹ ਨਿਰਾਸ਼ ਹੋ ਗਈ ਹੈ। ਇੱਕ ਹੌੜ ਲੱਗ ਗਈ ਕਿ ਬਾਹਰ ਚਲੋ, ਬਾਹਰ ਤੁਰੀ ਜਾ ਰਹੀ। ਔਰ ਉਸ ਨੌਜਵਾਨੀ ਦੀ ਸੋਚ ਨੂੰ ਬਦਲਣ ਦੀ ਬਹੁਤ ਵੱਡੀ ਜ਼ਰੂਰਤ ਹੈ। 84 ਤੋਂ ਬਾਅਦ ਸਿੱਖਾਂ ਦੀਆਂ ਕਈ ਧਾਰਾਵਾਂ ਜਿਹੜੀਆਂ ਬਣ ਗਈਆਂ ਜਾਂ ਸਿੱਖ ਸ਼ਕਤੀ ਨੂੰ ਕਈ ਧਾਰਾਵਾਂ ਦੇ ਵਿੱਚ ਵੰਡ ਦਿੱਤਾ। ਵੰਡਿਆ ਕੀ ਨੇ? ਉਹਨਾਂ ਲੋਕਾਂ ਨੇ ਜਿਹੜੇ ਲੋਕ ਇਹ ਸੋਚਣ ਲੱਗ ਪਏ ਕਿ ਹਿੰਦੁਸਤਾਨ ਦੀ ਅਖੰਡਤਾ ਨੂੰ ਜੇ ਖਤਰਾ ਹੈ ਤੇ ਸਿੱਖਾਂ ਤੋਂ ਹੀ।
ਹਾਲਾਂਕਿ ਸਿੱਖਾਂ ਨੇ ਕਦੇ ਇਹ ਸੋਚਿਆ ਨਹੀਂ ਸੀ ਕਿ ਅਸੀਂ ਹਿੰਦੁਸਤਾਨ ਦੇ ਟੁਕੜੇ ਕਰਨੇ। 1947 ਦੇ ਵਿੱਚ ਅਸੀਂ ਤਾਂ ਇਸ ਭਾਰਤ ਦੇ ਵਿੱਚ ਰਹਿਣ ਦੇ ਲਈ ਜਿਹੜਾ ਹੈ ਉਹ ਹਾਮੀ ਭਰਤੀ ਸੀ। ਅਸੀਂ ਤਾਂ ਹਾਮੀ ਭਰ ਦਿੱਤੀ ਸੀ ਇਸ ਉਮੀਦ ਨਾਲ ਕਿ ਸਾਨੂੰ ਇੱਥੇ ਸਨਮਾਨਜਨਕ ਜਿਹੜਾ ਹੈ ਉਹ ਰਹਿਣ ਦੇ ਲਈ ਮਾਹੌਲ ਮਿਲੇਗਾ, ਸਾਡੇ ਧਰਮ ਗ੍ਰੰਥ ਸੁਰੱਖਿਅਤ ਹੋਣਗੇ, ਸਾਡੀ ਭਾਸ਼ਾ ਸੁਰੱਖਿਅਤ ਹੋਵੇਗੀ, ਸਾਡੇ ਅਕੀਦੇ ਸੁਰੱਖਿਅਤ ਹੋਣਗੇ, ਸਾਡੇ ਵਿਸ਼ਵਾਸ ਸੁਰੱਖਿਅਤ ਹੋਣਗੇ। ਨਾ ਸਾਡੇ ਧਰਮ ਗ੍ਰੰਥ ਸੁਰੱਖਿਅਤ ਰਹੇ, ਨਾ ਸਾਡੇ ਅਕੀਦੇ ਸੁਰੱਖਿਅਤ ਰਹੇ, ਨਾ ਸਾਡੀਆਂ ਮਰਿਆਦਾਵਾਂ ਪਰੰਪਰਾਵਾਂ ਸੁਰੱਖਿਅਤ ਰਹੀਆਂ ਔਰ ਨਾ ਅਸੀਂ ਸੁਰੱਖਿਅਤ ਰਹੇ। ਤੇ ਜਦੋਂ ਸਾਡਾ ਸਾਰਾ ਕੁਝ ਹੀ ਜਿਹੜਾ ਹੈ ਉਹ ਖਤਰੇ 'ਚ ਪੈ ਗਿਆ ਤੇ ਫਿਰ ਸੁਭਾਵਿਕ ਹੀ ਹੈ ਸਾਡੇ ਮੂੰਹ ਦੇ ਵਿੱਚੋਂ ਫਿਰ ਇਹ ਆਵਾਜ਼ ਨਿਕਲਣੀ ਸ਼ੁਰੂ ਹੋਈ ਕਿ ਸਾਨੂੰ ਇੱਕ ਵੱਖਰਾ ਕੌਮੀ ਘਰ ਚਾਹੀਦਾ ਭਾਈ। ਅਸੀਂ ਮਜਬੂਰੀ 'ਚ ਫਿਰ ਇਹ ਗੱਲ ਕਹੀ ਕਿ ਸਾਨੂੰ ਇੱਕ ਵੱਖਰਾ ਕੌਮੀ ਘਰ ਚਾਹੀਦਾ ਭਾਈ। ਤੇ ਸਾਡੀ ਇਸ ਆਵਾਜ਼ ਨੂੰ ਵੀ ਜਿਹੜਾ ਸੀ ਹਿੰਦੁਸਤਾਨ ਦੇ ਅੰਦਰ ਇਸ ਢੰਗ ਦੇ ਨਾਲ ਪੇਸ਼ ਕੀਤਾ ਗਿਆ ਕਿ ਸਾਨੂੰ ਮੁਜਰਮ ਵਾਂਗੂ ਜਿਹੜਾ ਹੈ ਉਹ ਸਮਝਿਆ ਜਾਣ ਲੱਗ ਪਿਆ। ਮੁਜਰਮਾਂ ਵਾਂਗੂ ਸਮਝਿਆ ਜਾਣ ਲੱਗ ਪਿਆ। ਬਹੁਤ ਵੱਡੇ ਮੁਜਰਮ ਹੁੰਦੇ ਆ ਅਸੀਂ। ਕਿਤੇ ਸਾਨੂੰ ਅੱਤਵਾਦੀ ਕਿਹਾ, ਕਿਤੇ ਸਾਨੂੰ ਵੱਖਵਾਦੀ ਕਿਹਾ। ਇਹ ਕਮਾਲ ਦੀ ਗੱਲ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਜੇਕਰ ਗੈਰ ਸਿੱਖ ਲੋਕ ਗੁਰੂ ਸਾਹਿਬਾਨਾਂ ਬਾਰੇ ਮਾੜੀਆਂ ਗੱਲਾਂ ਕਰ ਰਹੇ ਨੇ ਤਾਂ ਇਸ ਦਾ ਕਾਰਨ ਸਿੱਖਾਂ ਕੋਲ ਆਪਣਾ ਸੁਤੰਤਰ ਰਾਜ ਦਾ ਨਾ ਹੋਣਾ ਹੈ। ਉਹਨਾਂ ਕਿਹਾ ਹੈ ਕਿ ਸਿੱਖੀ ਨੂੰ ਬਚਾਉਣ ਲਈ ਨੌਜਵਾਨਾਂ ਨੂੰ ਅੱਗੇ ਆਉਣ ਦੀ ਲੋੜ ਹੈ ਅਤੇ ਸਿੱਖ ਵਿਦਵਾਨ ਤੇ ਸਿੱਖ ਬੁੱਧੀਜੀਵੀ ਹੀ ਨੌਜਵਾਨਾਂ ਨੂੰ ਸਿੱਖੀ ਨਾਲ ਜੋੜ ਸਕਦੇ ਨੇ। ਗਰੇਵਾਲ ਸਾਹਿਬ ਨੇ ਗੱਲ ਕੀਤੀ ਅਕਾਲੀ ਫੂਲਾ ਸਿੰਘ ਜੀ ਦੀ। ਅਕਾਲੀ ਫੂਲਾ ਸਿੰਘ ਜੀ ਦੀ ਸ਼ਖਸੀਅਤ ਦੇ ਬਰਾਬਰ ਮੇਰੀ ਹਸਤੀ ਤਾਂ ਉਹਨਾਂ ਦੇ ਪੈਰ ਦੇ ਨੌ ਜਿੰਨੀ ਵੀ ਨਹੀਂ ਆ। ਮੇਰੀ ਹਸਤੀ ਜਿਹੜੀ ਹੈ ਉਹਨਾਂ ਦੇ ਪੈਰ ਦੇ ਨੌ ਜਿੰਨੀ ਵੀ ਨਹੀਂ ਹੈ। ਬਹੁਤ ਵੱਡੀ ਹਸਤੀ ਸੀ, ਬਲਵਾਨ ਹਸਤੀ ਸੀ, ਪਰ ਉਹਨਾਂ ਨੂੰ ਬਲਵਾਨ ਹਸਤੀ, ਉਹਨਾਂ ਨੂੰ ਵੱਡੀ ਹਸਤੀ ਕਿਸ ਨੇ ਬਣਾਇਆ ਸੀ? ਮਾਹੌਲ ਨੇ। ਮਾਹੌਲ ਕੀ ਸੀ? ਸਿੱਖਾਂ ਦਾ ਆਪਣਾ, ਸਭ ਤੋਂ ਵੱਡੀ ਗੱਲ ਕਿ ਸਿੱਖਾਂ ਦਾ ਆਪਣਾ ਉਸ ਵਕਤ ਖੁਦ ਮੁਖਤਿਆਰ ਸੁਤੰਤਰ ਰਾਜ ਸੀ। ਅੱਜ ਨਹੀਂ ਹੈ, ਅੱਜ ਨਹੀਂ ਹੈ। ਤੇ ਦੂਸਰਾ, ਸਿੱਖ ਸਟੇਟ ਦੀ ਸਭ ਤੋਂ ਸੁਪੀਰੀਅਰ ਫੌਜ, ਜਿਵੇਂ ਅੱਜ ਕੱਲ੍ਹ ਆਪਾਂ ਦੇਖਦੇ ਨੇ ਹਿੰਦੁਸਤਾਨ ਦਾ ਇੱਕ ਕਮਾਂਡੋ ਜੱਥਾ ਹੁੰਦਾ ਹੈ, ਦਸਤਾ ਹੁੰਦਾ ਹੈ, ਜਿੱਥੇ ਵੀ ਕਿਤੇ ਆਫਤ ਆਉਂਦੀ ਹੈ ਤੇ ਉਸ ਸਪੈਸ਼ਲ ਫੋਰਸ ਨੂੰ ਜਿਹੜਾ ਹੈ ਉੱਥੇ ਭੇਜਿਆ ਜਾਂਦਾ ਹੈ। ਤਾਂ ਉਸ ਵਕਤ ਸਿੱਖ ਰਾਜ ਦਾ ਸਭ ਤੋਂ ਸੁਪੀਰੀਅਰ ਦਸਤਾ ਜਿਹੜਾ ਸੀ ਫੌਜ ਦਾ, ਉਹਦੀ ਅਗਵਾਈ ਜਿਹੜੀ ਹੈ ਉਹ ਜਥੇਦਾਰ ਅਕਾਲੀ ਫੂਲਾ ਸਿੰਘ ਦੇ ਕੋਲ ਹੁੰਦੀ ਸੀ। ਜਿੱਥੇ ਖਾਲਸਾ ਰਾਜ ਦੀ ਫੌਜ ਜਿਹੜੀ ਹੱਥ ਖੜੇ ਕਰ ਦਿੰਦੀ ਸੀ, ਉੱਥੇ ਫਿਰ ਸਿੰਘ ਸਾਹਿਬ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਨੂੰ ਸਿੱਖ ਸਟੇਟ ਕਹਿੰਦੀ ਸੀ ਕਿ ਉਹ ਮੁਹਿੰਮ ਸਾਡੇ ਤੋਂ ਸਰ ਨਹੀਂ ਹੋਈ, ਜਥੇਦਾਰ ਜੀ ਤੁਸੀਂ ਹੁਣ ਕਿਰਪਾ ਕਰਕੇ ਸਾਡਾ ਸਹਿਯੋਗ ਦਿਓ। ਮੁਲਤਾਨ ਦੀ ਜਿੱਤ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਸੀ ਕਿ ਅਕਾਲੀ ਫੂਲਾ ਸਿੰਘ ਸਿੱਖ ਰਾਜ ਦਾ ਪਹਿਰੇਦਾਰ ਹੈ। ਕਿਉਂ? ਕਿਉਂਕਿ ਮੁਲਤਾਨ ਦਾ ਕਿਲਾ ਬਹੁਤ ਔਖਾ ਸੀ ਸਰ ਕਰਨਾ। ਜਦੋਂ ਸਟੇਟ ਦੀਆਂ ਫੌਜਾਂ ਜਵਾਬ ਦੇ ਗਈਆਂ ਤੇ ਫਿਰ ਅਕਾਲ ਤਖਤ ਸਾਹਿਬ ਦੀਆਂ ਫੌਜਾਂ ਨੇ ਜਿਹੜਾ ਸੀ ਉਹ ਕਿਲਾ ਸਰ ਕੀਤਾ ਸੀ। ਐਡੀ ਵੱਡੀ ਤਾਕਤ ਸੀ। ਤੇ ਅੱਜ ਕੀ ਹੈ? ਜੇ ਉਸ ਜਿੰਨੀ ਤਾਕਤ ਅੱਜ ਹੁੰਦੀ ਤੇ ਟੈਲੀਵਿਜ਼ਨਾਂ ਦੇ ਉੱਤੇ ਚੜ੍ਹ ਕੇ ਬਹਿ ਕੇ ਮਾਈਕਾਂ ਦੇ ਸਾਹਮਣੇ ਖੜੋ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ, ਸ੍ਰੀ ਹਰਿਮੰਦਰ ਸਾਹਿਬ ਨੂੰ, ਸਾਡੀਆਂ ਧਾਰਮਿਕ ਸ਼ਖਸੀਅਤਾਂ ਨੂੰ ਭੰਡਣ ਦੀ ਗੁਸਤਾਖੀ ਕਰਦੇ ਲੋਕ। ਅਸੀਂ ਕਮੇਟੀਆਂ ਬਣਾ ਪੜਤਾਲਾਂ ਕਰਦੇ ਨਹੀਂ। ਅਸੀਂ ਕਮੇਟੀਆਂ ਬਣਾ ਪੜਤਾਲਾਂ ਨਹੀਂ ਸੀ ਕਰਨੀਆਂ। ਉਹਨਾਂ ਨੂੰ ਗੱਡੀਆਂ ਦੇ ਮਗਰ ਬੰਨ੍ਹ ਕੇ ਘੜੀਸ ਕੇ ਅਕਾਲ ਤਖਤ ਸਾਹਿਬ ਤੇ ਲਿਆਉਣਾ ਸੀ ਜੇ ਉਸ ਵਕਤ ਸਾਡੀ ਤਾਕਤ ਹੁੰਦੀ। ਉਸ ਵੇਲੇ ਕਰਕੇ ਹੈ ਨਹੀਂ ਅੱਜ ਤਾਕਤ ਸਾਡੇ ਕੋਲ। ਤੇ ਤਾਕਤ ਕਿਹਨੇ ਬਣਨਾ ਹੈ? ਨੌਜਵਾਨਾਂ ਨੇ ਤਾਕਤ ਬਣਨਾ ਹੈ। ਤੁਸੀਂ ਸਾਰਿਆਂ ਨੇ ਤਾਕਤ ਬਣਨਾ ਹੈ। ਮੈਂ ਸਰਦਾਰ ਹਰਿੰਦਰ ਸਿੰਘ ਖਾਲਸਾ ਜੀ ਦੀ ਇਸ ਗੱਲ ਦੇ ਨਾਲ ਬਿਲਕੁਲ ਸਹਿਮਤ ਹਾਂ ਕਿ ਨੌਜਵਾਨ ਇਕੱਠੇ ਹੋ। ਫੈਡਰੇਸ਼ਨ ਯਤਨ ਕੀਤਾ ਸੀ, ਗਰੇਵਾਲ ਸਾਹਿਬ ਨੇ ਹਾਮੀ ਭਰੀ ਸੀ। ਅਸੀਂ ਸੋਚਿਆ ਵੀ ਚਲੋ ਕੋਈ ਗੱਲ ਨਹੀਂ, ਆਪਾਂ ਸਾਰੇ ਜਿੰਨੇ ਧੜੇ ਨੇ ਫੈਡਰੇਸ਼ਨ ਦੇ ਸਾਰਿਆਂ ਨੇ ਮਾਣ ਰੱਖਿਆ, ਸ੍ਰੀ ਅਕਾਲ ਤਖਤ ਸਾਹਿਬ ਦਾ ਮਾਣ ਰੱਖਿਆ ਮੇਰਾ। ਸਾਰੇ ਧੜਿਆਂ ਨੇ ਕਿਹਾ ਕਿ ਤੁਸੀਂ ਸਾਡੇ ਸਮਾਗਮ ਦੇ ਵਿੱਚ ਆਓ। ਤੇ ਮੈਂ ਉਹਨਾਂ ਨੂੰ ਕਿਹਾ ਸੀ ਕਿ ਚੰਗਾ ਹੋਵੇ ਕਿ ਆਪਾਂ ਇਕੱਠੀ ਤੱਕ ਸ੍ਰੀ ਦਮਦਮਾ ਸਾਹਿਬ ਸਮਾਗਮ ਕਰ ਲਈਏ, ਇਕੱਠੀ ਫੈਡਰੇਸ਼ਨ ਦੀ ਗੱਲ ਕਰ ਲਾਂਗੇ, ਇਕੱਠੇ ਪ੍ਰਸ਼ਾਦਾ ਛਕ ਲਾਂਗੇ, ਇਕੱਠੇ ਬਹਿ ਜਾਾਂਗੇ, ਇਕੱਠੇ ਗੱਲਬਾਤ ਕਰ ਲਾਂਗੇ। ਹੋ ਸਕਦਾ ਭਵਿੱਖ ਦੇ ਵਿੱਚ ਅਸੀਂ ਇਕੱਠੇ ਹੋ ਜਾਈਏ। ਹਾਲਾਂਕਿ ਸੰਭਾਵਨਾ ਮੁਸ਼ਕਲ ਲੱਗਦੀ ਹੈ ਕਿਉਂਕਿ ਸਟੇਟਾਂ ਵੀ ਨਹੀਂ ਚਾਹੁੰਦੀਆਂ ਕਿ ਸਿੱਖ ਧੜੇ ਇਕੱਠੇ ਹੋਣ, ਸਿੱਖ ਪੋਲੀਟੀਕਲ ਪਾਰਟੀਆਂ ਇਕੱਠੀਆਂ ਹੋਣ, ਨਹੀਂ ਚਾਹੁੰਦੀਆਂ। ਤਾਂ ਕਹਿੰਦੀਆਂ ਨੇ ਕਿ ਵੱਖਰੇ ਵੱਖਰੇ ਰਹਿਣ।
ਅਕਾਲੀ ਦਲ ਵੱਖਰੇ ਵੱਖਰੇ ਗਰੁੱਪਾਂ 'ਚ ਵੰਡਿਆ ਰਵੇ, ਫੈਡਰੇਸ਼ਨਾਂ ਵੱਖਰੇ ਵੱਖਰੇ ਗਰੁੱਪਾਂ 'ਚ ਵੰਡੀਆਂ ਰਹਿਣ, ਧੜੇਬੰਦੀਆਂ ਵੱਖਰੇ, ਛੋਟੀ ਜਿਹੀ ਜਥੇਬੰਦੀ ਬਣਦੀ ਹੈ ਨਾ ਸਿੱਖਾਂ ਦੀ, ਕੋਈ ਬਣ ਜੇ, ਜੇ ਉਹ 15-10 ਸਾਲ ਉਹ ਕਾਰਜਸ਼ੀਲ ਰਹਿੰਦੀ ਹੈ, ਤੁਸੀਂ ਪੜ੍ਹ ਦੇਖ ਲਿਓ ਆਪ ਝਾਤੀ ਮਾਰ ਕੇ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, 10 ਸਾਲ ਉਹ ਕਾਰਜਸ਼ੀਲ ਰਹੇ ਤੇ ਅਵਲ ਵਿੱਚ ਤਾਂ 5 ਸਾਲਾਂ ਬਾਅਦ ਉਹ 2 ਧੜਿਆਂ 'ਚ ਵੰਡੀ ਜਾਂਦੀ, 10 ਸਾਲਾਂ 'ਚ ਤਾਂ ਪੱਕੀ ਵੰਡੀ ਗਈ ਹੈ। ਜਿੰਨੀਆਂ ਵੀ ਨੇ, ਜਿੰਨੀਆਂ ਵੀ ਇੱਕਾ ਦੁੱਕਾ ਪ੍ਰਾਈਵੇਟ ਜਥੇਬੰਦੀਆਂ ਜਿਹੜੀਆਂ ਬਣੀਆਂ ਨੇ ਨਾ, ਇਹ ਸਮਾਂ ਪਾ ਕੇ ਵੀ 2-2 ਧੜਿਆਂ 'ਚ ਵੰਡੀਆਂ ਗਈਆਂ, ਵੰਡੀਆਂ ਨਹੀਂ ਗਈਆਂ, ਵੰਡ ਦਿੱਤਾ ਗਿਆ। ਉਹ ਵੀ ਦੇਖ ਲੈਂਦੀਆਂ ਨੇ ਵੀ ਆਹ ਬੰਦੇ ਦੀ ਆਹ ਕਮਜ਼ੋਰੀ ਹੈ, ਇੱਥੇ ਇਹ ਟੁੱਟ ਸਕਦਾ, ਉਹਨੂੰ ਉੱਥੇ ਤੋੜ ਦਿੰਦੀਆਂ ਨੇ, ਬੰਦਾ ਵੱਖਰਾ ਹੋ ਜਾਂਦਾ, ਬੰਦਾ ਵੱਖਰਾ ਹੋ ਜਾਂਦਾ। ਮਜਬੂਰੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਹੈ ਉਹ ਬਣਾ ਦਿੱਤੀਆਂ ਜਾਂਦੀਆਂ ਕਿ ਬੰਦਾ ਵੱਖਰਾ ਹੋਣ ਲਈ ਮਜਬੂਰ ਹੋ ਜਾਂਦਾ। ਹੋਰ ਕਿਸੇ ਸਟੇਟ 'ਚ ਨਹੀਂ ਤੁਹਾਨੂੰ ਮਿਲਣਾ, ਕਿਸੇ ਸਟੇਟ 'ਚ। ਮਰਾਠਿਆਂ 'ਚ ਵੀ ਸ਼ਿਵ ਸੈਨਾ ਜਿਹੜੀ ਹੈ 2 ਫਾੜ ਹੋਈ, ਪਰ 4 ਫਾੜ ਨਹੀਂ ਹੋਈ। 2 ਫਾੜ ਤਾਂ ਹੋ ਗਈ ਪਰ 4 ਫਾੜ ਨਹੀਂ ਹੋਈ। ਅਸੀਂ 4 ਫਾੜ ਛੱਡ ਅਸੀਂ 8-8 ਫਾੜ ਵੀ ਹੋਏ ਆ, ਅਸੀਂ 12-12 ਫਾੜ ਵੀ ਹੋਏ ਆ। ਇਹ ਸਾਡੀ ਵਿਡੰਬਨਾ ਹੈ। ਇਸ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖੀ ਬਾਣੇ ਵਿੱਚ ਹੀ ਬੈਠੇ ਅਤੇ ਸਿੱਖੀ ਪ੍ਰਤੀ ਕੂੜ ਪ੍ਰਚਾਰ ਕਰ ਰਹੇ ਕੁਝ ਸਿੱਖ ਪ੍ਰਚਾਰਕਾਂ ਤੇ ਵੀ ਨਿਸ਼ਾਨੇ ਲਾਏ ਨੇ। ਉਹਨਾਂ ਕਿਹਾ ਹੈ ਕਿ ਸਿੱਖੀ ਬਾਣੇ ਵਿੱਚ ਬੈਠੇ ਹੀ ਕੁਝ ਲੋਕ ਸਿੱਖੀ ਸਿਧਾਂਤਾਂ ਅਤੇ ਇਤਿਹਾਸ ਉੱਪਰ ਕਿੰਤੂ ਪਰੰਤੂ ਕਰ ਰਹੇ ਨੇ। ਗਿਆਨੀ ਹਰਪ੍ਰੀਤ ਸਿੰਘ ਮੁਤਾਬਕ ਅਜਿਹੇ ਸਿੱਖ ਪ੍ਰਚਾਰਕਾਂ ਨੇ ਏਜੰਸੀਆਂ ਦੇ ਵਸ ਪੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਵੀ ਚੁਣੌਤੀ ਦਿੱਤੀ ਹੈ। ਉਹਨਾਂ ਰਾਗੀ ਸਿੰਘਾਂ ਵੱਲੋਂ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਉੱਪਰ ਲਾਏ ਇਲਜ਼ਾਮਾਂ ਤੇ ਵੀ ਕਰੜੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ। ਅਸੀਂ ਕੀ ਚਾਹੁੰਦੇ ਹਾਂ? ਸਿੱਖ ਇੱਕ ਵੱਖਰੀ ਕੌਮ ਹੈ, ਵੱਖਰਾ ਨੇਸ਼ਨ ਹੈ। ਕੀ ਚਾਹੁੰਦੇ ਹਾਂ? ਅਸੀਂ ਚਾਹੁੰਦੇ ਹਾਂ ਕਿ ਸਾਡਾ ਧਰਮ ਸੁਰੱਖਿਅਤ ਰਹੇ, ਸਾਡੇ ਧਰਮ ਸਥਾਨ ਸੁਰੱਖਿਅਤ ਰਹਿਣ, ਸਾਡਾ ਧਰਮ ਸੁਰੱਖਿਅਤ ਰਵੇ, ਸਾਡੇ ਧਰਮ ਅਸਥਾਨ ਸੁਰੱਖਿਅਤ ਰਹਿਣ, ਸਾਡੀਆਂ ਪਰੰਪਰਾਵਾਂ ਮਰਿਆਦਾਵਾਂ ਸੁਰੱਖਿਅਤ ਰਹਿਣ। ਅੱਜ ਉਹ ਵੀ ਲੀਰ ਕਰ ਦਿੱਤੀਆਂ। ਸਿੱਖ ਦਿਸਣ ਵਾਲੇ ਲੋਕਾਂ ਵੱਲੋਂ ਉਹ ਵੀ ਲੀਰ ਕੀਤੀਆਂ ਜਾ ਰਹੀਆਂ ਨੇ। ਦੇਖਦੇ ਹੋ ਤੁਸੀਂ, ਕੋਈ ਮਰਿਆਦਾ ਰਹਿਣ ਦਿੱਤੀ ਸਾਡੀ? ਉਹ ਕਿਹੜਾ ਇਤਿਹਾਸ ਦਾ ਅੰਸ਼ ਹੈ ਜਿਹਦੇ ਉੱਤੇ ਕਿੰਤੂ ਨਹੀਂ ਕੀਤਾ ਜਾ ਰਿਹਾ, ਜਿਹਦੇ ਉੱਤੇ ਕਿੰਤੂ ਨਹੀਂ ਕੀਤਾ ਜਾ ਰਿਹਾ? ਇਹ ਮਾਹੌਲ ਕ੍ਰੀਏਟ ਕਰ ਦਿੱਤਾ ਗਿਆ, ਮਾਹੌਲ ਜਿਹੜਾ ਹੈ ਐਸਾ ਬਣਾ ਦਿੱਤਾ ਗਿਆ। ਜਿਵੇਂ ਭਾਈ ਕਸ਼ਮੀਰ ਸਿੰਘ ਜੀ ਬੋਲ ਕੇ ਗਏ ਕਿ ਸਿੱਖਾਂ ਪਾਸ ਇੱਕ ਐਸਾ ਮਹਾਨ ਤਖਤ ਸ੍ਰੀ ਅਕਾਲ ਤਖਤ ਸਾਹਿਬ ਹੈ ਜਿਹੜਾ ਗਲਤ ਗੱਲ ਕਰਨ ਵਾਲਿਆਂ ਦੀ ਜਵਾਬਦੇਹੀ ਜਿਹੜਾ ਉਹ ਕਰਦਾ ਹੈ। ਤੇ ਅਸੀਂ ਕੀ ਕੀਤਾ? ਜਿਸ ਅਕਾਲ ਤਖਤ ਸਾਹਿਬ ਨੇ ਜਵਾਬਦੇਹੀ ਕਰਨੀ ਹੈ, ਸਾਡੇ ਵਿੱਚੋਂ ਕਈਆਂ ਲੋਕਾਂ ਨੇ ਕੀ ਸੋਚ ਲਿਆ ਕਿ ਜੇ ਅਸੀਂ ਗਲਤ ਕੰਮ ਕਰਨਾ ਹੈ, ਪਰੰਪਰਾਵਾਂ ਦੇ ਉਲਟ ਬੋਲਣਾ ਹੈ, ਮਰਿਆਦਾ ਦੇ ਉਲਟ ਬੋਲਣਾ ਹੈ, ਸਿਧਾਂਤਾਂ ਦੇ ਉਲਟ ਬੋਲਣਾ ਹੈ, ਤੇ ਫਿਰ ਸਾਡੀ ਜਵਾਬਦੇਹੀ ਕਿਹਨੇ ਕਰਨੀ ਹੈ? ਅਕਾਲ ਤਖਤ। ਅਕਾਲ ਤਖਤ ਸਾਡੀ ਜਵਾਬਦੇਹੀ ਨਾ ਕਰ ਸਕੇ, ਇਸ ਕਰਕੇ ਸਭ ਤੋਂ ਪਹਿਲਾਂ ਜਾਂ ਮਰਿਆਦਾ, ਸਿਧਾਂਤਾਂ ਤੇ ਪਰੰਪਰਾਵਾਂ ਦੇ ਖੰਡਨ ਦੇ ਨਾਲ ਸਭ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਨੂੰ ਹੀ ਤੁਸੀਂ ਚੁਣੌਤੀ ਦੇ ਦਿਓ ਵੀ ਤੁਸੀਂ ਵੀ ਜਿਹੜੇ ਬਾਪੂ ਦਾ ਡਰ ਹੈ ਨਾ ਵੀ ਜੇ ਅਸੀਂ ਗਲਤ ਕੰਮ ਕੀਤਾ, ਨਸ਼ੇ ਕਰਨ ਲੱਗ ਪਏ, ਜਾਂ ਅਸੀਂ ਜਾਇਦਾਦ ਵੰਡਣ ਦਾ ਸੋਚ ਲਿਆ, ਜਾਇਦਾਦ ਵੇਚਣ ਦਾ ਸੋਚ ਲਿਆ, ਤੇ ਬਾਪੂ ਦਾ ਡਰ ਹੈ ਵੀ ਇਹ ਸਾਨੂੰ ਨਸ਼ੇ ਨਹੀਂ ਕਰਨ ਦੇਊਗਾ, ਇਹ ਸਾਨੂੰ ਵੰਡਣ ਨਹੀਂ ਦੇਊਗਾ, ਜ਼ਮੀਨਾਂ ਵੇਚਣ ਨਹੀਂ ਦੇਊਗਾ, ਇਉਂ ਕਰੋ ਸਭ ਤੋਂ ਪਹਿਲਾਂ ਬਾਪੂ ਦਾ ਹੀ ਗਲਾ ਕੱਟ ਦਿਓ, ਸਭ ਤੋਂ ਪਹਿਲਾਂ ਇਹਨੂੰ ਮਾਰ ਦਿਓ ਜਿਹਨੇ ਬੋਲਣਾ ਹੈਗਾ, ਜਾਂ ਇਹਨੂੰ ਕਮਜ਼ੋਰ ਕਰ ਦਿਓ, ਜਾਂ ਇਹਨੂੰ ਕਮਜ਼ੋਰ ਕਰ ਦਿਓ, ਇਹਨੂੰ ਬੌਧਿਕ ਤੌਰ ਤੇ ਕੰਗਾਲ ਕਰ ਦਿਓ, ਇਹਦੀ ਸੋਚ ਜਿਹੜੀ ਹੈ ਖਤਮ ਕਰ ਦਿਓ ਤਾਂ ਕਿ ਇਹ ਬੋਲ ਨਾ ਸਕੇ। ਅੱਜ ਕੀ ਹੋ ਰਿਹਾ? ਕੋਈ ਐਸਾ ਵਿਦਵਾਨ ਦੱਸੋ ਜਿਹਦੇ ਕਰੈਕਟਰ ਦੀ ਜਿਹੜੀ ਹੈ ਉਹ ਕਿਰਦਾਰਕੁਸ਼ੀ ਨਹੀਂ ਕੀਤੀ ਗਈ। ਕੋਈ ਕਥਾਵਾਚਕ, ਕੋਈ ਵਿਦਵਾਨ, ਕੋਈ ਸਕਾਲਰ, ਕੋਈ ਬੁਲਾਰਾ, ਤੇ ਸਾਡੀਆਂ ਜਿਹੜੀਆਂ ਧਾਰਮਿਕ ਸ਼ਖਸੀਅਤਾਂ ਸੀ ਉਹਨਾਂ ਦੀ ਵੀ ਕਿਰਦਾਰਕੁਸ਼ੀ ਕੀਤੀ। ਇੱਕ ਬਚੀ ਸੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਦੀ ਪਦਵੀ, ਉਹਨੂੰ ਵੀ ਪਿਛਲੇ ਸਮੇਂ 'ਚ ਲੀਰ ਕਰਤਾ। ਦੇਖਿਆ ਹੀ ਅਸੀਂ, ਇੱਕ ਬਚੀ ਸੀ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਦੀ ਪਦਵੀ, ਉਹਨੂੰ ਵੀ ਜਿਹੜਾ ਹੈ ਗਲੀਆਂ ਬਾਜ਼ਾਰਾਂ ਦੇ ਵਿੱਚ ਪੰਡਵਾਇਆ ਸੀ। ਕੌਣ ਜ਼ਿੰਮੇਵਾਰ ਹੈ? ਜੇ ਵਿਰੋਧੀ ਜ਼ਿੰਮੇਵਾਰ ਹੈ, ਅਸੀਂ ਖੁਦ ਵੀ ਜ਼ਿੰਮੇਵਾਰ ਹਾਂ। ਜਿਵੇਂ ਕਸ਼ਮੀਰ ਸਿੰਘ ਜੀ ਨੇ ਦੱਸਿਆ ਨਾ ਕਿ ਸੰਸਥਾਵਾਂ ਨੂੰ ਕਮਜ਼ੋਰ ਬਾਹਰ ਬੈਠੇ ਵਿਅਕਤੀਆਂ ਵੱਲੋਂ ਵੀ ਕੀਤਾ ਜਾ ਰਿਹਾ ਤੇ ਅੰਦਰ ਬੈਠੇ ਵਿਅਕਤੀਆਂ ਵੱਲੋਂ ਵੀ ਕੀਤਾ ਜਾ ਰਿਹਾ।
ਪਤਾ ਨਹੀਂ ਕਿੰਨੇ ਕੁ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਬੈਠੇ ਜਿਹੜੇ ਤਨਖਾਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਲੈਂਦੇ ਨੇ ਤੇ ਇੱਥੇ ਸੰਸਥਾਵਾਂ ਦੀਆਂ ਅੰਦਰਲੀਆਂ ਕਮੀਆਂ ਜਿਹੜੀਆਂ ਨੇ ਉਹ ਜਾ ਕੇ ਬਾਹਰ ਦੱਸਦੇ ਨੇ। ਕੋਈ ਪੱਤਰਕਾਰਾਂ ਨੂੰ ਦੱਸਦਾ ਹੈ, ਕੋਈ ਏਜੰਸੀਆਂ ਦੇ ਕਰਿੰਦਿਆਂ ਨੂੰ ਦੱਸਦਾ ਹੈ ਕਿ ਆਹ ਹੋ ਰਿਹਾ ਸਾਡੇ ਪਰਿਵਾਰ 'ਚ, ਆਹ ਹੋ ਰਿਹਾ ਸਾਡੀ ਸੰਸਥਾ 'ਚ। ਉਹ ਉੱਚ ਅਧਿਕਾਰੀਆਂ ਨੂੰ ਜਾਂ ਅਹੁਦੇਦਾਰਾਂ ਨੂੰ ਨਹੀਂ ਦੱਸ ਰਹੇ, ਉਹ ਬਾਹਰ ਦੱਸ ਰਹੇ ਨੇ। ਲਓ ਮੈਂ ਤੁਹਾਨੂੰ ਖਬਰ ਦਿੰਦਾ ਇੱਕ, ਆਹ ਚੀਜ਼ ਹੋ ਗਈ ਆ। ਕਿਸੇ ਮੁਲਾਜ਼ਮ ਨਾਲ ਗੁੱਸਾ ਹੈ, ਉਸ ਮੁਲਾਜ਼ਮ ਦੇ ਬਾਰੇ ਕੋਈ ਚੀਜ਼ ਪਤਾ ਲੱਗੀ, ਕੋਈ ਕਮੀ ਪਤਾ ਲੱਗੀ, ਜਾ ਕੇ ਬਾਹਰ ਦੱਸਦੇ ਨੇ ਉਹ ਸਾਡਾ ਜਿਹੜਾ ਫਲਾਨਾ ਮੁਲਾਜ਼ਮ ਹੈ ਉਹਦੇ 'ਚ ਆਹ ਕਮੀ ਹੈ, ਛਾਪ ਦਿਓ ਖਬਰ, ਛਾਪ ਦਿਓ ਖਬਰ, ਬਣਾ ਦਿਓ ਖਬਰ। ਤੇ ਕਈ ਏਜੰਸੀਆਂ ਨੂੰ ਵੀ ਦੇਣ ਤੇ ਲੱਗੇ ਹੋਏ, ਕੀੜੇ ਲੱਗੇ ਹੋਏ ਨੇ ਜਿਹੜੇ ਖਾ ਰਹੇ ਨੇ ਤੇ ਬਾਹਰੋਂ ਵੀ ਲੱਗੇ ਹੋਏ ਆ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਇਹ ਬਿਆਨ ਜ਼ਰੂਰ ਕਈ ਸਿਆਸਤਦਾਨਾਂ ਅਤੇ ਸਿਆਸੀ ਪਾਰਟੀਆਂ ਵਿੱਚ ਖਲਬਲੀ ਪੈਦਾ ਕਰੇਗਾ। ਲਿਹਾਜ਼ਾ ਹੁਣ ਆਉਣ ਵਾਲੇ ਦਿਨਾਂ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੇ ਇਸ ਬਿਆਨ ਤੇ ਸਿਆਸਤ ਭਖਣ ਦੇ ਪੂਰੇ ਅਸਾਰ ਬਣ ਗਏ ਨੇ। ਦੇਖਣਾ ਹੀ ਹੈ ਕਿ ਸਿੱਖ ਜਥੇਬੰਦੀਆਂ ਸਣੇ ਦੂਜੇ ਸਿਆਸਤਦਾਨ ਗਿਆਨੀ ਹਰਪ੍ਰੀਤ ਸਿੰਘ ਦੇ ਇਸ ਬਿਆਨ ਤੇ ਕਿਹੋ ਜਿਹੀ ਪ੍ਰਤੀਕਿਰਿਆ ਜ਼ਾਹਿਰ ਕਰਦੇ ਨੇ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।